ਸਤਿ ਸ੍ਰੀ ਅਕਾਲ ਦੋਸਤੋ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਕਲਾਸ ਵਿੱਚ। ਪੰਜਾਬੀ MCQs ਅਸੀਂ ਪੜ੍ਹ ਰਹੇ ਹਾਂ ਜੀ, ਅਤੇ ਅੱਜ ਸਾਡਾ ਭਾਗ ਜਿਹੜਾ ਹੈਗਾ ਜੀ 10ਵਾਂ। ਪੰਜਾਬੀ MCQs 10 ਭਾਗ, ਔਰ ਇਸ ਵਿੱਚ ਅਸੀਂ ਜਿਹੜਾ ਟੌਪਿਕ ਹੈ ਸਾਡਾ ਭਾਸ਼ਾ ਅਤੇ ਵਿਆਕਰਨ ਚੱਲ ਰਿਹਾ ਹੈ, ਅਤੇ ਉਸ ਦੇ ਅਧੀਨ ਹੀ ਅੱਜ ਦੀ ਅਸੀਂ ਕਲਾਸ ਲਾਵਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਿਉਹਾਰਾਂ ਦੇ ਦਿਨ ਨੇ, ਅਤੇ ਦੀਵਾਲੀ ਦਾ ਤਿਉਹਾਰ ਮੁਬਾਰਕ, ਬੰਦੀ ਛੋੜ ਦਿਵਸ ਵੀ ਮੁਬਾਰਕ। ਅੱਜ ਮੈਂ ਬਹੁਤ ਸੌਖੇ ਸਵਾਲ ਲੈ ਕੇ ਆਇਆ, ਅਤੇ ਔਰ ਅੱਜ ਆਪਾਂ ਪੂਰੇ 20 ਸਵਾਲ ਪੜ੍ਹਾਂਗੇ। ਜਿਹੜੀ PDF ਮੈਂ ਬਣਾ ਕੇ ਤੁਹਾਡੇ ਸਾਹਮਣੇ ਲਿਆਇਆ, ਇਹਦੇ ਵਿੱਚ ਟੋਟਲ 60 ਕੁਐਸਚਨ ਨੇ, ਜੋ ਕਿ ਆਪਣੇ 3 ਦਿਨ ਚੱਲਣਗੇ। ਪਰ ਇਸ ਦੇ ਨਾਲ ਹੀ ਕੱਲ੍ਹ ਪਰਸੋਂ ਦੀ 2 ਦਿਨ ਦੀ ਛੁੱਟੀ ਰਹੂਗੀ। ਤਾਂ ਅੱਜ ਦੀ ਜਿਹੜੀ ਵੀਡੀਓ ਹੈ, ਇਸ ਤੋਂ ਬਾਅਦ ਨੈਕਸਟ ਜੋ 2 ਕਲਾਸਿਸ ਹੋਣਗੀਆਂ ਆਪਾਂ ਉਹ ਫਿਰ ਅੱਗੇ ਸੋਮਵਾਰ ਤੋਂ ਸ਼ੁਰੂ ਕਰਾਂਗੇ। ਇਹ ਵੀਡੀਓ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪੰਜਾਬੀ ਮਾਸਟਰ ਕੇਡਰ, ਲੈਕਚਰਰ ਕੇਡਰ, UGC ਨੈਟ, ETT ਕੇਡਰ, PS ਟੈਟ, C ਟੈਟ, TGT, PGT ਦੇ ਪੇਪਰ ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ, ਸਾਰਿਆਂ ਪੇਪਰਾਂ ਵਾਸਤੇ ਵੀਡੀਓ ਬਹੁਤ ਹੈਲਪਫੁਲ ਹੈ, ਬਹੁਤ ਸਹਾਇਕ ਹੈ। ਬਿਨਾਂ ਕਿਸੇ ਦੇਰੀ ਤੋਂ, ਬਿਨਾਂ ਸਮਾਂ ਗਵਾਇਆ ਵੱਧਦੇ ਹਾਂ ਅੱਜ ਦੀ ਕਲਾਸ ਵੱਲ। ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ। ਮੈਂ ਤੁਹਾਡਾ ਆਪਣਾ ਗੁਰਸਾਹਿਬ ਸਿੰਘ। ਪੜ੍ਹਦੇ ਹਾਂ ਜੀ ਸਭ ਤੋਂ ਪਹਿਲਾ ਸਵਾਲ ਅੱਜ ਦਾ, ਕਿ ਅਸ਼ਟਾ ਅਧਿਆਈ ਕਿਸ ਵਿਦਵਾਨ ਦਾ ਵਿਆਕਰਨ ਹੈ। ਹਾਲਾਂਕਿ ਇਹ ਸਵਾਲ ਆਪਾਂ ਆਮ ਤੌਰ 'ਤੇ ਪਹਿਲਾਂ ਵੀ ਪੜ੍ਹਿਆ ਹੋਇਆ, ਕਿਉਂਕਿ ਇਹ ਬਣਿਆ ਹੋਇਆ ਸੀ। ਮੈਂ ਕਿਹਾ ਚਲੋ ਤੁਹਾਡੇ ਸਾਹਮਣੇ ਰੱਖ ਦਈਏ। ਚਲੋ ਜੀ ਦੱਸੋ, ਅਸ਼ਟਾ ਅਧਿਆਈ ਕਿਸ ਵਿਦਵਾਨ ਦਾ ਵਿਆਕਰਨ ਹੈ। ਆਪਸ਼ਨਾਂ ਜੀ, ਭਰਤਰੀ ਹਰੀ, ਭਰਤ ਮੁਨੀ, ਪਾਣਨੀ ਰਿਸ਼ੀ ਜਾਂ ਰਿਸ਼ੀ ਪਾਣਨੀ, ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ। ਦੂਸਰੀ ਗੱਲ ਜਿਹੜੀ ਮੈਂ ਹੋਰ ਕਰਨੀ ਹੈ ਇੱਕ, ਉਹ ਇਹ ਕਿ ਹਾਂਜੀ, ਦੂਸਰੀ ਗੱਲ ਮੈਂ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਅਸ਼ਟਾ ਅਧਿਆਈ ਜਿਹੜੇ ਹੈ, ਇਹਦੇ ਅਧਿਆਏ ਕਿੰਨੇ ਨੇ, ਪਾਠ ਕਿੰਨੇ ਨੇ? 8 ਨੇ। ਇਹ ਤੁਸੀਂ ਯਾਦ ਰੱਖਣਾ। ਔਰ ਸੰਸਕ੍ਰਿਤ ਭਾਸ਼ਾ ਦਾ ਇਹ ਵਿਆਕਰਨ ਹੈ। ਅਸ਼ਟਾ ਅਧਿਆਈ ਕਿਸ ਵਿਦਵਾਨ ਦਾ ਵਿਆਕਰਨ ਹੈ, ਅਤੇ ਬਿਲਕੁਲ ਤੁਹਾਨੂੰ ਸਭ ਨੂੰ ਪਤਾ ਜੀ, ED ਆਪਸ਼ਨ ਬਿਲਕੁਲ ਰਾਈਟ ਹੈ ਜੀ। ਅਸ਼ਟਾ ਅਧਿਆਈ ਪਾਣਨੀ ਰਿਸ਼ੀ ਦਾ ਲਿਖਿਆ ਹੋਇਆ ਵਿਆਕਰਨ ਹੈ, ਤਾਂ ਪਹਿਲੇ ਦਾ ED ਬਿਲਕੁਲ ਠੀਕ ਹੈ ਜੀ। ਦੂਸਰਾ ਸਵਾਲ, ਅਸ਼ਟਾ ਅਧਿਆਈ ਗ੍ਰੰਥ ਕਿਸ ਭਾਸ਼ਾ ਨਾਲ ਸੰਬੰਧਿਤ ਹੈ? ਇਹਦਾ ਕਿ ਉੱਤਰ ਮੈਂ ਹੁਣੇ ਹੀ ਦੇ ਚੁੱਕਿਆ, ਪਾਲੀ, ਪ੍ਰਕਿਰਤ, ਸੰਸਕ੍ਰਿਤ ਜਾਂ ਪੰਜਾਬੀ। ਔਰ ਇਹ ਵੀ ਬਹੁਤ ਸੌਖਾ ਹੈ, ਤੁਹਾਨੂੰ ਸਭ ਨੂੰ ਹੀ ਆਉਂਦਾ ਹੈ। ਅਸ਼ਟਾ ਅਧਿਆਈ ਗ੍ਰੰਥ ਕਿਸ ਭਾਸ਼ਾ ਨਾਲ ਸੰਬੰਧਿਤ, ਕਿਸ ਭਾਸ਼ਾ ਦਾ ਵਿਆਕਰਨ ਹੈ? ਬਹੁਤ ਸੌਖਾ ਸਵਾਲ ਹੈ ਜੀ, ਅਤੇ ਤੁਹਾਡਾ ਬਿਲਕੁਲ ਸਾਰਿਆਂ ਦਾ ਠੀਕ ਸੰਸਕ੍ਰਿਤ ਹੈ, ED ਆਪਸ਼ਨ ਦੂਜੇ ਦੀ। ਅੱਗੇ ਵੱਧਦੇ ਹਾਂ ਜੀ, ਸਵਾਲ ਨੰਬਰ 3। ਪੰਜਾਬੀ ਦੇ ਮੂਲ ਸਵਰਾਂ ਦੀ ਗਿਣਤੀ ਕਿੰਨੀ ਹੈ? ਪੰਜਾਬੀ ਦੇ ਜਿਹੜੇ ਮੂਲ ਸਵਰ ਨੇ, ਗਿਣਤੀ ਵਿੱਚ ਕਿੰਨੇ ਨੇ? ਆਪਸ਼ਨ ਤੁਹਾਡੇ ਸਾਹਮਣੇ ਹੈ ਜੀ, 2, 5, 3 ਅਤੇ 10। 2, 5, 3 ਅਤੇ 10। ਇਹਨਾਂ 'ਚੋਂ ਜਿਹੜਾ ਬਿਲਕੁਲ ਠੀਕ ਹੈ, ਤੁਸੀਂ ਉੱਤਰ ਦੇ ਦਿਓ 2, 5, 3 ਅਤੇ 10। ਹਾਂਜੀ, ਪੰਜਾਬੀ ਦੇ ਮੂਲ ਸਵਰਾਂ ਦੀ ਗਿਣਤੀ ਕਿੰਨੀ ਹੈ ਜੀ? 3। ਕਿਹੜੇ ਕਿਹੜੇ ਨੇ? ਸਾਨੂੰ ਸਭ ਨੂੰ ਪਤਾ ਜੀ, ਊੜਾ, ਐੜਾ ਅਤੇ ਈੜੀ। ਪੰਜਾਬੀ ਦੀਆਂ ਸਵਰ ਧੁਨੀਆਂ ਦੀ ਗਿਣਤੀ ਕਿੰਨੀ ਹੈ? ਪੰਜਾਬੀ ਦੀਆਂ ਸਵਰ ਧੁਨੀਆਂ ਦੀ ਗਿਣਤੀ, ਸਵਾਲ ਨੰਬਰ 4, 2 ਹੈ, 5 ਹੈ, 3 ਹੈ ਜਾਂ 10 ਹੈ। ਪੰਜਾਬੀ ਦੀਆਂ ਸਵਰ ਧੁਨੀਆਂ ਦੀ ਗਿਣਤੀ ਦੱਸੋ ਜੀ। 2 ਹੈ, 5 ਹੈ, 3 ਹੈ ਜਾਂ 10 ਹੈ। ਇਹ ਵੀ ਬਹੁਤ ਸੌਖਾ ਸਵਾਲ। ਇਹ ਤੁਹਾਡੇ ਬਹੁਤ ਬੇਸਿਕ ਕਿਸਮ ਦੇ ਸਵਾਲ ਨੇ, ਖਾਸ ਤੌਰ 'ਤੇ ਜਿਹੜੇ PS ਟੈਟ, C ਟੈਟ ਦੀ ਤਿਆਰੀ ਕਰ ਰਹੇ ਆ ਨਾ, ਉਹਨਾਂ ਵਾਸਤੇ, ਜਾਂ TGT ਦਾ ਕੋਈ ਪੇਪਰ ਤਿਆਰ ਕਰ ਰਿਹਾ। ਮਾਸਟਰ ਕੇਡਰ ਦੇ ਵਿੱਚ ਵੀ ਇਹਨਾਂ ਸਵਾਲਾਂ ਦੇ ਵਿੱਚੋਂ ਕਈ ਸਵਾਲ ਸਿੱਧੇ ਪੁੱਛੇ ਜਾਂਦੇ ਆ। ਬਿਲਕੁਲ ਜੀ, ਚੌਥੇ ਦਾ 10। ਸੱਸਾ ਆਪਸ਼ਨ, D ਆਪਸ਼ਨ ਜਿਨ੍ਹਾਂ ਨੇ ਵੀ ਚੂਜ਼ ਕੀਤੀ, ਉਹਨਾਂ ਦਾ ਬਿਲਕੁਲ ਠੀਕ ਹੈ ਜੀ। ਸਵਾਲ ਨੰਬਰ ਅੱਜ ਦਾ 5,
ਪੰਜਾਬੀ ਦੇ ਸਵਰ ਵਾਹਕ ਦੱਸੋ ਕਿਹੜੇ ਕਿਹੜੇ ਆ? ਐੜਾ ਮੁਕਤਾ, ਈੜੀ ਸਿਆਰੀ, ਊੜੇ ਹੋੜਾ, ਊੜੇ ਔਂਕੜ, ਈੜੀ ਸਿਆਰੀ, ਐੜਾ ਮੁਕਤਾ, ਐੜੇ ਕੰਨਾ, ਈੜੀ ਸਿਆਰੀ, ਊੜੇ ਊੜਾ, ਐੜਾ ਐਂਡ ਈੜੀ, ਊੜਾ ਐੜਾ ਐਂਡ ਈੜੀ। ਪੰਜਾਬੀ ਦੇ ਸਵਰ ਵਾਹਕ ਆਪਾਂ ਦੱਸਣੇ ਆ ਕਿ ਪੰਜਾਬੀ ਦੇ ਜਿਹੜੇ ਸਵਰ ਵਾਹਕ ਨੇ ਉਹ ਕਿਹੜੇ ਕਿਹੜੇ ਨੇ। ਪੰਜਾਬੀ ਦੇ ਸਵਰ ਵਾਹਕ, ਪੰਜਵੇਂ ਦਾ ਉੱਤਰ ਸੱਸਾ, ਬਿਲਕੁਲ ਠੀਕ ਹੈ ਜੀ। ਜਿਨ੍ਹਾਂ ਨੇ ਵੀ ਸੱਸਾ ਆਪਸ਼ਨ ਚੂਜ਼ ਕੀਤੀ, ਡੀ ਆਪਸ਼ਨ ਉਹਨਾਂ ਦਾ ਬਿਲਕੁਲ ਠੀਕ ਹੈ। ਸਵਾਲ ਨੰਬਰ 6ਵਾਂ, ਪੰਜਾਬੀ ਦੀਆਂ ਭਾਸ਼ਾ ਧੁਨੀਆਂ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਹੈ? 2, 4, 3 ਅਤੇ 5। ਇਹ ਵੀ ਬਹੁਤ ਸੌਖਾ ਸਵਾਲ ਹੈ। ਹਾਲਾਂਕਿ ਸਾਰੇ ਉਹ ਸਵਾਲ ਨੇ ਜਿਹੜੇ ਆਪਾਂ ਕੀਤੇ ਹੋਏ ਨੇ, ਫਿਰ ਵੀ ਤੁਹਾਡੀ ਚਲੋ ਇਹਦੇ ਨਾਲ ਰਿਹਰਸਲ ਹੋਊਗੀ, ਦੁਬਾਰਾ ਤੁਸੀਂ ਪੜ੍ਹ ਲਏ, ਯਾਦ ਹੋ ਜਾਣਗੇ। ਕਈ ਵਾਰ ਦੁਬਾਰਾ ਪੜ੍ਹਦਿਆਂ ਕਈ ਗੱਲਾਂ ਹੋਰ ਯਾਦ ਆ ਜਾਂਦੀਆਂ ਨੇ। ਇਸ ਤੋਂ ਬਾਅਦ ਅਗਲੀਆਂ ਜਿਹੜੇ ਸਾਡੇ ਸਵਾਲ ਆਉਣ ਵਾਲੇ ਨੇ, ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ, ਉਹ ਤੁਹਾਡੇ ਸਵਾਲ ਮਿਕਸ ਵੀ ਹੋ ਸਕਦੇ ਆ ਔਰ ਵੱਖ-ਵੱਖ ਟੌਪਿਕਸ ਦੇ ਨਾਲ ਸੰਬੰਧਿਤ ਹੋ ਸਕਦੇ ਆ। ਤੋ ਰੈਡੀ ਰਹੋ ਵਧੀਆ ਤਿਆਰੀ ਕਰਨ ਲਈ। ਪੰਜਾਬੀ ਦੀਆਂ ਭਾਸ਼ਾ ਧੁਨੀਆਂ ਨੂੰ ਅਸੀਂ ਖੰਡੀ ਅਤੇ ਅਖੰਡੀ 2 ਭਾਗਾਂ ਵਿੱਚ ਵੰਡਦੇ ਹਾਂ। ਤੋ 6ਵੇਂ ਦਾ ਆਪਸ਼ਨ ਊੜਾ ਬਿਲਕੁਲ ਠੀਕ ਹੈ ਜੀ, ਇਹ ਆਪਸ਼ਨ। 7ਵਾਂ ਸਵਾਲ, ਕਿਹੜੀਆਂ ਧੁਨੀਆਂ ਸੁਤੰਤਰ ਨਹੀਂ ਵਿਚਰ ਸਕਦੀਆਂ? ਸਵਰ, ਵਿਅੰਜਨ, ਖੰਡੀ ਜਾਂ ਅਖੰਡੀ? ਬਹੁਤ ਪਿਆਰਾ ਸਵਾਲ ਹੈ ਜੀ। ਕਿਹੜੀਆਂ ਧੁਨੀਆਂ ਸੁਤੰਤਰ ਨਹੀਂ ਵਿਚਰ ਸਕਦੀਆਂ? ਸਵਰ ਵਿਚਰ ਸਕਦੇ ਆ, ਵਿਅੰਜਨ ਵਿਚਰ ਸਕਦੇ ਆ, ਖੰਡੀ। ਤੋ ਖੰਡੀ, ਵਿਅੰਜਨ ਤੇ ਸਵਰ ਤਿੰਨੋਂ ਇੱਕੇ ਚੀਜ਼ਾਂ ਹੀ ਹੋ ਗਈਆਂ, ਔਰ ਜੋ ਨਹੀਂ ਵਿਚਰ ਸਕਦੀਆਂ ਉਹ ਹਨ ਜੀ ਅਖੰਡੀ। ਇਸ ਕਰਕੇ ਸੱਸਾ ਆਪਸ਼ਨ ਜਿਨ੍ਹਾਂ ਨੇ ਵੀ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਜੀ। ਸਵਾਲ ਨੰਬਰ 8, ਮੁਹਾਰਨੀ ਦੀ ਸਹੀ ਤਰਤੀਬ ਦੱਸੋ ਜੀ। ਮੁਹਾਰਨੀ ਦੀ ਸਹੀ ਤਰਤੀਬ ਦੱਸੋ। ਐੜਾ ਮੁਕਤਾ, ਐੜੇ ਕੰਨਾ, ਈੜੀ ਸਿਹਾਰੀ, ਈੜੀ ਬਿਹਾਰੀ, ਊੜੇ ਔਂਕੜ, ਈੜੀ ਲਾਂ, ਐੜੇ ਦੁਲਾਵਾਂ, ਊੜੇ ਹੋੜਾ, ਐੜੇ ਕਨੌੜਾ। ਹਾਂਜੀ, पहली लाइन, दूसरी, तीसरी और चौथी। जिन्हों ने सस्सा ऑप्शन चूज की उन्होंने बिल्कुल ठीक है जी। 8वें का डी ऑप्शन बिल्कुल ठीक है। अगे सवाल है जी, पंजाबी दे लघु स्वर किहड़े हन? पंजाबी दे लघु स्वर किहड़े हन? ऑप्शन तुहाडे सामने ये है जी, इत्थे मैं लिख भी देना, तुसी की दसना पंजाबी दे लघु स्वर दसो जी। ਊੜਾ ऑप्शन ਐੜੇ ਕੰਨਾ, ਈੜੀ ਸਿਆਰੀ, ਊੜੇ ਔਂਕੜ। ਐੜਾ ऑप्शन है जी ਊੜੇ ਔਂਕੜ, ਐੜਾ ਮੁਕਤਾ, ਈੜੀ ਸਿਆਰੀ, ਊੜੇ ਦੁਲੈਂਕੜੇ, ਐੜਾ ਮੁਕਤਾ, ਐੜੇ ਕੰਨਾ, ਈੜੀ ਸਿਆਰੀ, ਊੜੇ ਔਂਕੜ। ਇਹ ਵੀ ਬਿਲਕੁਲ ਸੌਖਾ ਹੈ। ਪੰਜਾਬੀ ਦੇ ਦੀਆਂ 10 ਸਵਰ ਧੁਨੀਆਂ ਵਿੱਚੋਂ 7 ਦੀਰਘ ਨੇ, 3 ਲਘੂ ਨੇ। ਤੁਸੀਂ ਦੱਸਣੀਆਂ ਵੀ ਦੀਰਘ ਕਿਹੜੀਆਂ ਤੇ ਲਘੂ ਕਿਹੜੀਆਂ ਨੇ। हाँ जी, बिल्कुल ठीक है जी। ऐड़ा मुक्ता, ਊੜੇ ਔਂਕੜ, ਈੜੀ ਸਿਆਰੀ, बिल्कुल ठीक है। ऐड़ा ऑप्शन जिन्हों ने भी 9 ਦੀ ਐੜਾ ਜਾਂ ਬੀ ਆਪਸ਼ਨ ਚੂਜ਼ ਕੀਤੀ ਉਹਨਾਂ ਦਾ ਬਿਲਕੁਲ ਠੀਕ ਹੈ। ਸਵਾਲ ਨੰਬਰ 10, ਪੰਜਾਬੀ ਦੇ ਦੀਰਘ ਸਵਰਾਂ ਦੀ ਗਿਣਤੀ ਦੱਸੋ। ਪੰਜਾਬੀ ਦੇ ਦੀਰਘ ਸਵਰਾਂ ਦੀ ਗਿਣਤੀ 5, 3, 7 ਔਰ 10। ਪੰਜਾਬੀ ਦੇ ਦੀਰਘ ਸਵਰਾਂ ਦੀ ਗਿਣਤੀ ਦੱਸੋ। ਜਿਹੜੇ ਦੋਸਤ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਹੇ ਨਾ, ਇਹ ਉਹਨਾਂ ਲਈ ਬੈਸਟ ਸਵਾਲ ਨੇ ਔਰ ਸਿੱਧੇ ਪੇਪਰ 'ਚ ਆਉਣ ਵਾਲੇ ਸਵਾਲ ਨੇ। ਜਿਵੇਂ ਕੋਈ ਕਿਤਾਬ ਵੱਧ ਵਿਕਦੀ ਹੁੰਦੀ ਉਹਨੂੰ ਲਿਖਦੇ ਨਹੀਂ ਹੁੰਦੇ ਬੈਸਟ ਸੇਲਰ, ਇਹ ਤੁਹਾਡੇ ਬੈਸਟ ਸੇਲਰ ਕੁਐਸਚਨ ਨੇ ਜਿਹੜੇ ਸਿੱਧੇ ਆਉਂਦੇ ਨੇ। ਹਾਂਜੀ,
तो ये तो ਹੁਣੇ ਆਪਾਂ ਗੱਲ ਕਰ ਲਈ ਸੀ। 7 ਹੈ ਜੀ, ਬਿਲਕੁਲ ਠੀਕ ਹੈ, ਦੀਰਘ ਸਵਰ। ਸਵਾਲ ਨੰਬਰ 11ਵਾਂ, ਪੰਜਾਬੀ ਭਾਸ਼ਾ ਲਈ ਢੁਕਵੀਂ ਲਿਪੀ ਦੱਸੋ ਜੀ। ਗੁਰਮੁਖੀ, ਅਰਧਨਾਗਰੀ, ਬ੍ਰਹਮੀ ਔਰ ਖਰੋਸ਼ਠੀ। ਪੰਜਾਬੀ ਭਾਸ਼ਾ ਲਈ ਢੁਕਵੀਂ ਲਿਪੀ, ਜਿਹੜੀ ਲਿਪੀ ਪੰਜਾਬੀ ਭਾਸ਼ਾ ਦੇ ਅਨੁਸਾਰ ਹੀ ਬਣੀ ਹੈ। ਗੁਰਮੁਖੀ ਬਿਲਕੁਲ ਸਹੀ। 11 ਦਾ ਊੜਾ। ਪੰਜਾਬੀ ਭਾਸ਼ਾ ਦੀ ਮੁੱਢ ਲਿਪੀ ਦੱਸੋ ਜੀ, ਕਿਹੜੀ ਹੈ। ਸਿੱਧ ਮਾਤ੍ਰਿਕਾ, ਅਰਧਨਾਗਰੀ, ਬ੍ਰਹਮੀ ਔਰ ਖਰੋਸ਼ਠੀ। ਪੰਜਾਬੀ ਭਾਸ਼ਾ ਦੀ ਮੁੱਢ ਲਿਪੀ ਕਿਹੜੀ ਹੈ। ਸਿੱਧ ਮਾਤ੍ਰਿਕਾ, ਅਰਧਨਾਗਰੀ, ਬ੍ਰਹਮੀ ਔਰ ਖਰੋਸ਼ਠੀ। ਜਿਨ੍ਹਾਂ ਨੇ 12 ਦਾ ਆਪਸ਼ਨ ਈਡੀ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਜੀ। ਪੰਜਾਬੀ ਭਾਸ਼ਾ ਲਈ ਬ੍ਰਹਮੀ ਲਿਪੀ, ਪੰਜਾਬੀ ਭਾਸ਼ਾ ਦੀ ਬ੍ਰਹਮੀ ਲਿਪੀ ਮਤਲਬ ਇੱਕ ਤਰ੍ਹਾਂ ਦੀ ਮੁੱਢ ਲਿਪੀ ਹੈ ਭਾਰਤ ਦੀਆਂ ਸਾਰੀਆਂ ਲਿਪੀਆਂ ਦੀ। ਸਵਾਲ ਨੰਬਰ 13, ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਕਿਸ ਵਿਦਵਾਨ ਸੱਜਣ ਦੀ ਕਿਤਾਬ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ, ਭੁਪਿੰਦਰ ਖਹਿਰਾ, ਡਾਕਟਰ GB ਸਿੰਘ। ਇਹਨਾਂ 'ਚੋਂ ਕੋਈ ਵੀ ਠੀਕ ਨਹੀਂ ਸੱਸਾ ਆਪਸ਼ਨ। ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ। ਫਟਾਫਟ ਅੱਜ ਅਸੀਂ ਪੜ੍ਹਦੇ ਹਾਂ 20 ਮਿੰਟਾਂ ਦੇ ਵਿੱਚ 20 ਸਵਾਲ। ਸਵਾਲ ਨੰਬਰ 13 ਬਹੁਤ ਸੌਖੇ ਸਵਾਲ ਨੇ। 13 ਦਾ ਬਿਲਕੁਲ ਈਡੀ ਠੀਕ ਹੈ, ਡਾਕਟਰ GB ਸਿੰਘ। ਸਵਾਲ ਨੰਬਰ 14, ਇਹ ਸਵਾਲ ਨਵਾਂ ਹੈ। ਗੁਰਮੁਖੀ ਲਿਪੀ ਨੂੰ ਤਰਤੀਬਵਾਰ ਕਰਨ ਵਿੱਚ ਕਿਸ ਗੁਰੂ ਸਾਹਿਬਾਨ ਦਾ ਯੋਗਦਾਨ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ। ਇਸ ਤੋਂ ਪਹਿਲਾਂ ਜਿੰਨੇ ਸਵਾਲ ਆਪਾਂ ਪਿਛਲੀਆਂ ਕਲਾਸਾਂ 'ਚ ਪੜ੍ਹ ਚੁੱਕੇ ਹਾਂ, 14 ਨੰਬਰ ਸਵਾਲ ਤੇ 15 ਨੰਬਰ ਸਵਾਲ ਬਿਲਕੁਲ ਨਵੇਂ ਨੇ। ਤੋ ਇਹਨਾਂ ਨੂੰ ਧਿਆਨ ਨਾਲ ਪੜ੍ਹੋ ਔਰ ਉੱਤਰ ਦਿਓ। ਗੁਰਮੁਖੀ ਲਿਪੀ ਨੂੰ ਤਰਤੀਬਵਾਰ ਕਰਨ ਵਿੱਚ ਗੁਰੂ ਅੰਗਦ ਦੇਵ ਜੀ ਦਾ ਯੋਗਦਾਨ ਹੈ। ਤੋ ਗੁਰੂ ਅੰਗਦ ਦੇਵ ਜੀ ਬਿਲਕੁਲ ਦੂਜੇ ਪਾਤਸ਼ਾਹ ਜੀ ਠੀਕ ਹੈ ਤੁਹਾਡਾ। 14 ਦਾ ਐੜਾ। ਸਵਾਲ ਨੰਬਰ ਹੈ ਜੀ 15, ਪੰਜਾਬੀ ਭਾਸ਼ਾ ਦੀ ਵਰਣਮਾਲਾ ਨੂੰ ਹੋਰ ਕੀ ਕਿਹਾ ਜਾਂਦਾ ਹੈ। ਇਹ ਨਵਾਂ ਹੈ ਸਵਾਲ, ਦੱਸੋ ਜੀ। ਪੱਟੀ, 35 ਅੱਖਰੀ, ਵਰਣਮਾਲਾ। ਪੱਟੀ, 35 ਅੱਖਰੀ ਜਾਂ ਵਰਣਮਾਲਾ। ਸੱਸਾ ਆਪਸ਼ਨ ਸਾਰੇ ਹੀ ਠੀਕ ਹੈ। ਕੁਐਸਚਨ ਨੰਬਰ 15 ਤੁਹਾਡੀ ਸਕਰੀਨ ਤੇ ਹੈ। ਆਪਸ਼ਨਾਂ ਨਾਲ ਦੱਸੋ ਜੀ ਕਿਹੜਾ ਇਹਨਾਂ 'ਚੋਂ ਰਾਈਟ ਹੈ। ਔਰ ਜਿਨ੍ਹਾਂ ਨੇ ਪੱਟੀ, 35 ਅੱਖਰੀ ਔਰ ਵਰਣਮਾਲਾ ਸਾਰੇ ਠੀਕ ਕੀਤੇ ਆ ਭਾਵ ਸੱਸਾ, ਉਹਨਾਂ ਦਾ ਬਿਲਕੁਲ ਠੀਕ ਹੈ ਜੀ, ਡੀ ਆਪਸ਼ਨ। 16 ਨੰਬਰ ਸਵਾਲ, ਪੰਜਾਬੀ ਭਾਸ਼ਾ ਦੀ ਸੁਰਯੰਤਰੀ ਧੁਨੀ ਕਿਹੜੀ ਹੈ। ਊੜਾ, ਐੜਾ, ਸੱਸਾ ਔਰ ਹਾਹਾ। ਇਸ ਨੂੰ ਬਾਕੀ ਨਾਮ ਕੀ ਨੇ। ਗਲੋਟਲ ਹੈ ਔਰ ਇਸ ਨੂੰ ਅਸੀਂ ਘੰਡੀ ਵੀ ਕਹਿੰਦੇ ਹਾਂ। ਠੀਕ ਹੈ ਜੀ, ਗਲੋਟਲ ਹੈ ਔਰ ਘੰਡੀ ਹੈ। ਇਸੇ ਤਰ੍ਹਾਂ ਇਹਨੂੰ ਅਸੀਂ ਅਡੱਕਵੀਂ ਧੁਨੀ ਵੀ ਕਹਿੰਦੇ ਹਾਂ। ਲਓ ਜੀ, ਠੀਕ ਹੈ। ਔਰ ਗਲੋਟਲ ਅੰਗਰੇਜ਼ੀ ਵਿੱਚ ਕਹਿਤਾ, ਘੰਡੀ ਵੀ ਕਹਿਤਾ ਔਰ ਅਡੱਕਵੀਂ ਵੀ ਕਹਿਤਾ, ਨਾਲ ਇਹਨੂੰ ਸੁਰਯੰਤਰੀ ਵੀ ਕਹਿਤਾ। ਔਰ ਜਿਨ੍ਹਾਂ ਨੇ ਵੀ 16 ਦਾ ਸੱਸਾ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ ਜੀ, ਹਾਹਾ ਧੁਨੀ। 17 ਨੰਬਰ ਸਵਾਲ, ਪੰਜਾਬੀ ਦੇ ਨਾਸਕੀ ਵਿਅੰਜਨਾਂ ਦੀ ਗਿਣਤੀ ਦੱਸੋ। 2, 3, 5, 10। 17 ਬਹੁਤ ਸੌਖਾ ਸਵਾਲ ਹੈ। ਕਿਹੜੇ ਕਿਹੜੇ ਨੇ। ਗੰਗਾ, ਨੰਨਾ, ਨਾਣਾ, ਨੰਨਾ ਔਰ ਮੰਮਾ। ਆਖਰੀ 5 ਜਿਹੜੀ ਲਾਈਨ ਆਉਂਦੀ ਹੈ। ਔਰ ਜਿਨ੍ਹਾਂ ਨੇ ਵੀ 5 ਜਿਹੜੀ ਆਪਸ਼ਨ ਲਾਇਆ ਉਹਨਾਂ ਦਾ ਬਿਲਕੁਲ ਠੀਕ ਹੈ। ਮੈਨੂੰ ਪਤਾ ਹੈ ਸਵਾਲ ਇੰਨੇ ਸੌਖੇ ਕਿ ਤੁਹਾਨੂੰ ਸਭ ਨੂੰ ਆਉਂਦਾ ਹੈ। ਸਵਾਲ ਹੈ ਕਿ ਕਿਹੜਾ ਵਿਅੰਜਨ ਨਾਸਕੀ ਨਹੀਂ ਹੈ। ਇਹਨਾਂ 'ਚੋਂ ਦੱਸੋ ਕਿਹੜਾ ਨਾਸਕੀ ਨਹੀਂ ਹੈ। ਗੰਗਾ, ਨੰਨਾ, ਸੱਸਾ ਔਰ ਮੰਮਾ। ਕਿਹੜਾ ਨਾਸਕੀ ਨਹੀਂ ਹੈ। ਦੱਸੋ ਜੀ। ਸੌਖਾ ਹੀ ਹੈ ਜੀ, ਸੱਸਾ, ਈਡੀ ਆਪਸ਼ਨ ਬਿਲਕੁਲ ਰਾਈਟ ਹੈ। ਕਿਹੜਾ ਵਿਅੰਜਨ ਅਰਧ ਸਵਰ ਜਾਂ ਅਰਧ ਵਿਅੰਜਨ ਹੈ। ਸਵਾਲ ਨੰਬਰ 19, ਲੱਲਾ, ਰਾਰਾ, ਯਈਆ, ਉਡਾੜਾ। ਲੱਲਾ, ਰਾਰਾ, ਜਈਆ ਐਂਡ ਉਡਾੜਾ। ਬਿਲਕੁਲ ਸਹੀ ਹੈ ਜੀ, ਯਈਆ। ਸਵਾਲ ਨੰਬਰ 20, ਪੰਜਾਬੀ ਦੇ ਡੱਕਵੇਂ ਵਿਅੰਜਨਾਂ ਦੀ ਗਿਣਤੀ ਦੱਸੋ ਜੀ। 11, 21,
35 और 15 ਡੱਕਵਿਆਂ ਦੀ ਗੱਲ ਕਰ ਰਹੇ ਹਾਂ। ਪੰਜਾਬੀ ਦੇ ਡੱਕਵੇਂ ਵਿਅੰਜਨਾਂ ਦੀ ਗਿਣਤੀ ਊੜਾ, ਐੜਾ, ਈੜੀ, ਸੱਸਾ 11, 21, 35 ਔਰ 15। ਜਿਨ੍ਹਾਂ ਨੇ ਵੀ 15 ਆਪਸ਼ਨ ਲਾਈ ਉਹਨਾਂ ਦਾ ਬਿਲਕੁਲ ਠੀਕ ਆ ਜੀ। ਇਸ ਤਰ੍ਹਾਂ ਸਾਡੇ ਅੱਜ ਦੇ ਸਵਾਲ 20 ਪੂਰੇ ਹੁੰਦੇ ਆ। ਅਗਲੇ 40 ਸਵਾਲ ਮੈਂ ਅਗਲੀਆਂ 2 ਕਲਾਸਾਂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਹੁਤ ਸੌਖੇ ਸਵਾਲ ਸੀਗੇ, ਬਿਲਕੁਲ ਬੇਸਿਕ ਲੈਵਲ ਦੇ। ਇਸ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਲਓ ਜੀ। ਤੋ ਇੱਕ ਵਾਰ ਫਿਰ ਤੋਂ ਤੁਹਾਨੂੰ ਬੰਦੀ ਛੋੜ ਦਿਵਸ ਐਂਡ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ। ਕੰਟੈਂਟ